ਅੱਜ ਆਪਾਂ ਗੱਲ ਕਰਾਂਗੇ ਹਾਊ ਟੂ ਅਪਰੋਚ ਦਾ ਮਾਰਕੀਟ ਨੂੰ ਅਪਰੋਚ ਕਿੱਦਾਂ ਕਰਨਾ, ਕਿਹੜਾ ਟਾਈਮ ਹੈ ਬਾਏ ਕਰਨ ਦਾ, ਕਿਹੜਾ ਟਾਈਮ ਹੈ ਸੈਲ ਕਰਨ ਦਾ। ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਚਾਹੇ ਤੁਹਾਡਾ 50 ਸਾਲ ਦਾ ਐਕਸਪੀਰੀਅੰਸ ਹੈ, ਚਾਹੇ 1 ਸਾਲ ਦਾ ਐਕਸਪੀਰੀਅੰਸ ਹੈ ਮਾਰਕੀਟ ਦੇ ਵਿੱਚ, ਜੇ ਤੁਹਾਨੂੰ ਪੇਸ਼ੈਂਸ ਨਹੀਂ ਹੈਗਾ ਤੇ ਤੁਹਾਡੇ ਕੋਲ ਸਟ੍ਰੈਟਜੀ ਨਹੀਂ ਹੈਗੀ, ਤੁਸੀਂ ਕਦੀ ਵੀ ਸਕਸੈਸਫੁਲ ਨਹੀਂ ਹੋ ਸਕਦੇ। ਫੋਰ ਐਗਜ਼ਾਮਪਲ ਆਪਾਂ ਕੱਲ ਦੀ ਐਗਜ਼ਾਮਪਲ ਲੈਂਦੇ ਹਾਂ। ਕੱਲ ਮਾਰਕੀਟ ਫੇਰ ਦੁਆਰਾ ਰੈਡ ਦੇ ਵਿੱਚ ਸੀਗੀ, ਪਰ ਉਹਦਾ ਕੋਈ ਇੱਕ ਖਾਸ ਰੀਜ਼ਨ ਨਹੀਂ ਸੀ। ਉਹਦੇ ਵਿੱਚ ਟ੍ਰੈਜਰੀ ਡੀਲ ਸੀਗੇ, ਚਾਈਨਾ ਦੀ ਪਾਵਰ ਸਪਲਾਈ ਸੀਗੀ, ਅਮਰੀਕਾ ਗਵਰਨਮੈਂਟ ਦਾ ਸ਼ਟਡਾਊਨ ਦਾ ਫੀਅਰ ਸੀਗਾ, ਤੇ ਪੈਟਰੋਲ ਓਵਰਬੋਟ ਸੀਗਾ, ਤੇ ਉਹਨਾਂ ਦੀਆਂ ਫਿਊਲ ਦੀਆਂ ਇਨਵੈਂਟਰੀਜ਼ ਜ਼ਿਆਦਾ ਟੌਪ ਅਪ ਨਿਕਲਿਆ। ਸੋ ਦੇਰ ਵਾਸ ਸੋ ਮੈਨੀ ਡਿਫਰੈਂਟ ਰੀਜ਼ਨ ਜਿਨ੍ਹਾਂ ਦੇ ਕਾਰਨ ਕੱਲ ਜਿਹੜੀ ਮਾਰਕੀਟ ਇਫੈਕਟ ਹੋਈ ਆ। ਸੋ ਆਹ ਕੱਲ ਦੀ ਮਾਰਕੀਟ ਕੰਡੀਸ਼ਨ ਸੀਗੀ, ਰਾਈਟ। ਐਵਰੀਥਿੰਗ ਇਜ਼ ਰੈਡ ਅਦਰ ਦੈਨ ਹੈਲਥ ਕੇਅਰ ਸਟਾਕ। ਸੋ ਕੱਲ ਸਿਰਫ ਹੈਲਥ ਕੇਅਰ ਸਟਾਕ ਵਧੀਆ ਸੀ। ਜੇ ਤੁਸੀਂ ਫਿਨਵਿਸ ਤੇ ਜਾ ਕੇ ਦੇਖੋ, ਮਾਰਕੀਟ ਦੀ ਜਿਹੜੀ ਡਿਕਲਾਈਨਿੰਗ ਹੈ 82% ਸੀਗੀ। ਸਾਰੇ ਡਾਓ ਜੋਨਸ, ਨੈਸਡੈਕ ਸਾਰੇ 1-2%, 3% ਸਾਰੇ ਡਾਊਨ ਸੀਗੇ, ਰਾਈਟ। ਆ ਕਰੰਟ ਕੰਡੀਸ਼ਨ ਮਾਰਕੀਟ ਦੀ 46% ਬੁਲਸ ਆ ਤੇ 54% ਬੇਅਰ ਆ। ਸੋ ਇਦਾਂ ਦੀ ਕੰਡੀਸ਼ਨ ਦੇ ਵਿੱਚੋਂ ਬਚਿਆ ਕਿੱਦਾਂ ਜਾ ਸਕਦਾ, ਕਿ ਕਿੱਦਾਂ ਆਪਾਂ ਇਹ 'ਚੋਂ ਪੈਸਾ ਵੀ ਬਣਾ ਸਕਦੇ ਹਾਂ ਤੇ ਸੇਮ ਟਾਈਮ ਆਪਣੇ ਆਪ ਨੂੰ ਪ੍ਰੋਟੈਕਟ ਵੀ ਕਰ ਸਕਦੇ ਹਾਂ। ਤੁਹਾਨੂੰ ਯਾਦ ਹੋਣਾ ਜਦੋਂ ਲਾਸਟ ਵੀਕ ਜਦੋਂ ਮਾਰਕੀਟ ਦੀ ਡਿਪ ਆਈ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਇਦਾਂ ਦੇ ਟਾਈਮ ਦੇ ਉੱਤੇ ਇੰਡੈਕਸਿਸ ਆਰ ਦਾ ਬੈਸਟ, ਤੇ ਮੈਂ 2 ਵੀਡੀਓ ਵੀ ਪਾਈਆਂ ਸੀ ਤੁਹਾਨੂੰ ਦਿਖਾਉਣ ਲਈ ਕਿ ਮੇਰੇ ਇੰਡੈਕਸਿਸ ਕਿੱਦਾਂ ਪਰਫਾਰਮ ਕਰਦੇ ਆ। ਕੱਲ ਮੈਨੂੰ ਕਿਸੇ ਨੇ ਕਮੈਂਟ ਮਾਰਿਆ ਕਿ ਹੁਣ ਤੇਰੇ ਇੰਡੈਕਸਿਸ ਕਿੱਥੇ ਗਏ, ਕਿਉਂਕਿ ਕੱਲ ਫੇਰ ਦੁਆਰਾ ਇੰਡੈਕਸਿਸ ਡਿਪ ਪਏ ਸੀ। ਸੋ ਆਹ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਲੱਗਾ ਬਹੁਤ ਇੰਪੋਰਟੈਂਟ ਆ। ਸਿੰਪਲ ਰੀਜ਼ਨ ਇਜ਼, ਜਦੋਂ ਵੀ ਮੈਂ ਕੋਈ ਵੀ ਟ੍ਰੇਡ ਖੋਲਦਾ ਆ, ਜਦੋਂ ਮੈਨੂੰ ਉਹ ਟ੍ਰੇਡ ਪੋਜ਼ਿਟਿਵ ਦੇ ਵਿੱਚ ਹੋ ਜਾਂਦਾ ਆ, ਮੈਂ ਉਹਨੂੰ ਹਮੇਸ਼ਾ ਪੋਜ਼ਿਟਿਵ ਸਟਾਪ ਲਾਸ ਦੇ ਵਿੱਚ, ਟ੍ਰਾਇਲਿੰਗ ਸਟਾਪ ਲਾਸ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਯੂਜ਼ ਕਰਦਾ ਆ। ਮੇਰੀ ਇਨਫੋਰਮੇਸ਼ਨ ਮੇਰੇ ਟ੍ਰੇਡਸ ਦੇ ਬਾਰੇ ਹਮੇਸ਼ਾ ਅਪ ਟੂ ਡੇਟ ਹੁੰਦੀ ਆ। ਮੈਂ ਅਵਾਗੌਣ ਕੋਈ ਬਾਰ-ਬਾਰ ਟ੍ਰੇਡ ਨਹੀਂ ਖੋਲਦਾ ਰਹਿੰਦਾ, ਰੋਜ਼ ਐਵਰੀ ਡੇ ਮੈਂ ਕੋਈ ਨਹੀਂ ਟ੍ਰੇਡ ਖੋਲਦਾ। ਆ ਟੇਕ ਐਡਵਾਂਟੇਜ ਆਫ ਜਿਹੜੇ ਮੇਰੇ ਕਰੰਟ ਟ੍ਰੇਡ ਖੁੱਲੇ ਆ, ਜਿੰਨਾ ਚਿਰ ਉਹ ਬੰਦ ਨਹੀਂ ਹੋ ਜਾਂਦੇ, ਜਿੰਨਾ ਚਿਰ ਉਹਨਾਂ ਤੋਂ ਮੈਂ ਪ੍ਰੋਫਿਟ ਨਹੀਂ ਲੈ ਲੈਂਦਾ। ਆ ਡੋਂਟ ਜਸਟ ਗੈਟ ਇਨਵੋਲਵਡ ਐਵਰੀ ਡੇ ਇਨਟੂ ਮਾਰਕੀਟ ਓਪਨਿੰਗ ਦੇ ਟ੍ਰੇਡਸ। ਸੋ ਇਹ ਬਹੁਤ ਧਿਆਨ ਨਾਲ ਚੀਜ਼ ਸੁਣਨ ਵਾਲੀ ਆ ਕਿ ਰੋਜ਼ ਨਵੇਂ ਟ੍ਰੇਡ ਖੋਲਣੇ ਇੰਪੋਰਟੈਂਟ ਨਹੀਂ ਹੁੰਦੇ, ਐਜ਼ ਲੌਂਗ ਐਜ਼ ਤੁਹਾਡੇ ਪੁਰਾਣੇ ਟ੍ਰੇਡ ਤੁਹਾਨੂੰ ਪੈਸਾ ਬਣਾਉਂਦੇ ਪਏ ਆ। ਉਹਦੇ ਨਾਲ ਜਿਹੜਾ ਤੁਹਾਡਾ ਰਿਸਕ ਆ ਉਹ ਅਕਾਊਂਟ ਦਾ ਉਹ ਬਹੁਤ ਘੱਟ ਜਾਂਦਾ, ਤੇ ਯੂ ਮੇਕ ਗੁੱਡ ਮਨੀ, ਤੇ ਤੁਹਾਡੇ ਕੋਲ ਪੇਸ਼ੈਂਸ ਜਿਹੜਾ ਆ ਬਹੁਤ ਵਧੀਆ ਰਹਿੰਦਾ ਮਾਰਕੀਟ ਦੇ ਵਿੱਚ ਇਸ ਚੀਜ਼ ਦੇ ਵਿੱਚ। ਸੋ ਬੀ ਪੇਸ਼ੈਂਸ ਜਦੋਂ ਵੀ ਤੁਸੀਂ ਟ੍ਰੇਡ ਖੋਲਦੇ ਆ। ਪੇਸ਼ੈਂਸ ਤੇ ਤੁਹਾਡਾ ਜਿਹੜਾ ਆ ਵੈਲ ਪਲੈਨਡ ਸਟ੍ਰੈਟਜੀ ਬਹੁਤ ਇੰਪੋਰਟੈਂਟ ਹੁੰਦੀ ਆ। ਸਟ੍ਰੈਟਜੀ ਕੀ ਹੁੰਦੀ ਆ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਥਰੂ। ਆ ਸਾਰੇ ਸਟਾਪ ਲਾਸਿਸ ਟ੍ਰਿਗਰ ਹੋਏ ਆ, ਰਾਈਟ। ਆ ਦੇਖਿਓ ਸਟਾਪ ਲਾਸ ਜਿੰਨੇ ਵੀ ਮੇਰੇ ਟ੍ਰੇਡ ਬੰਦ ਹੋਏ, ਕੋਈ ਮੈਨੂਅਲੀ ਬੰਦ ਨਹੀਂ ਹੋਇਆ, ਸਾਰੇ ਹੀ ਇੰਡੈਕਸਿਸ ਦੇ ਸਟਾਕ ਨੇ। ਜਿੰਨੇ ਵੀ ਮੈਂ ਇੰਡੈਕਸਿਸ ਖੋਲੇ ਸੀ, ਮੈਂ ਉਹਨਾਂ ਨੂੰ ਪੋਜ਼ਿਟਿਵ ਸਟਾਪ ਲਾਸ ਦੇ ਨਾਲ ਟ੍ਰਾਇਲ ਚੇਜ਼ ਕਰਦਾ ਸੀ। ਸੋ ਦੇ ਆਲ ਗੇਵ ਮੀ ਪ੍ਰੋਫਿਟ। ਸੋ ਸਿੰਪਲ ਸਟ੍ਰੈਟਜੀ। ਆਈ ਹੋਪ ਯੂ ਗਾਇਜ਼ ਲਰਨ। ਜਿਹੜਾ ਇੰਪੋਰਟੈਂਟ ਐਸਪੈਕਟ ਹੁੰਦਾ ਮਾਰਕੀਟ ਦੇ ਵਿੱਚ ਇਹ ਹੁੰਦਾ ਆ ਕਿ ਜਦੋਂ ਬੇਰਿਸ਼ ਮਾਰਕੀਟ ਆਉਂਦੀ ਆ, ਉਹਨੂੰ ਟ੍ਰੇਡਸ ਨੂੰ ਓਪਨ ਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਚੀਜ਼ ਆ ਕੀ ਟਾਰਗੇਟ ਕਰਨੀ ਚਾਹੀਦੀ, ਤੇ ਉਹਦੀ ਜਸਟ ਨਾਟ ਲੁੱਕ ਐਟ ਬੇਰਿਸ਼ ਮਾਰਕੀਟ, ਲੁੱਕ ਐਟ ਕਿ ਉਹਦਾ ਮਾਰਕੀਟ ਦਾ ਟ੍ਰੈਂਡ ਕੀ ਹੋਣ ਵਾਲਾ ਅਗਲੇ 1-2 ਦਿਨ ਦੇ ਵਿੱਚ। ਲੁੱਕ ਐਟ ਦ ਨਿਊਜ਼ ਕਮਿੰਗ ਇਨ ਦ ਮਾਰਕੀਟ, ਲੁੱਕ ਐਟ ਦ ਹਾਊ ਦ ਅਦਰ ਕੰਪਨੀਜ਼, ਹਾਊ ਦ ਅਦਰ ਕੰਟਰੀਜ਼ ਆਰ ਰਿਐਕਟਿੰਗ। ਸੋ ਸਾਰੇ ਰਿਐਕਸ਼ਨ ਦੇਖਣੇ ਪੈਂਦੇ ਆ। ਰਿਐਕਸ਼ਨ ਦੇਖ ਕੇ ਆਪਣਾ ਪਲਾਨ ਬਣਾਉਣਾ ਪੈਂਦਾ ਆ ਕਿ ਆ ਕੰਟਰੀ ਦੇ ਵਿੱਚ ਆ ਡਿਵੈਲਪਮੈਂਟ ਹੋ ਰਹੀ ਆ ਵੀਕਨੈਸਿਸ ਆ, ਜਾਂ ਉਹਨਾਂ ਦੇ ਲੋਕਡਾਊਨ ਲੱਗ ਰਿਹਾ, ਜਾਂ ਜਿੱਦਾਂ ਹੁਣ ਫੋਰ ਐਗਜ਼ਾਮਪਲ ਚਾਈਨਾ ਦੇ ਵਿੱਚ ਪਾਵਰ ਸਟਰਗਲ ਹੋ ਰਹੀ ਆ। ਮੀਨਸ ਉਹ ਸਟਰਗਲ ਕਰ ਰਹੇ ਆ ਜਿੰਨੀ ਉਹਨਾਂ ਦੀ ਇਲੈਕਟ੍ਰਿਸਿਟੀ ਡਿਮਾਂਡ ਹੈ ਉਹਨੂੰ ਪ੍ਰੋਡਿਊਸ ਕਰਨ ਲਈ। ਦਿਸ ਇਜ਼ ਦਾ ਹੋਲ ਰੀਜ਼ਨ ਉਹਨਾਂ ਨੇ ਜਿਹੜੀਆਂ ਕ੍ਰਿਪਟੋ ਦੀਆਂ ਮਾਈਨਿੰਗ ਬੰਦ ਕੀਤੀਆਂ ਸੀਗੀਆਂ, ਜਸਟ ਟੂ ਸ਼ੋ ਕਿ ਜਿੰਨੀ ਵੀ ਉਹ ਪਾਵਰ ਯੂਜ਼ ਕਰ ਰਹੀਆਂ ਉਹ ਪਾਵਰ ਨੂੰ ਕੰਟਰੋਲ ਕੀਤਾ ਜਾ ਸਕੇ। ਸੋ ਤਾਂ ਹੀ ਉਹਨਾਂ ਨੇ ਸਾਰੀਆਂ ਹੀ ਜਿੰਨੇ ਵੀ ਪ੍ਰੋਵਿੰਸ ਸੀਗੇ ਚਾਈਨਾ ਦੇ, ਉਹਨਾਂ ਨੇ ਇੰਸਟਰਕਟ ਕੀਤਾ ਸੀ ਕਿ ਸਾਰੀਆਂ ਮਾਈਨਿੰਗ ਕੰਪਨੀਆਂ ਦੀਆਂ ਪਾਵਰਾਂ ਕੱਟ ਦਿੱਤੀਆਂ ਜਾਣ। ਸੋ ਮਾਈਨਿੰਗ ਕੰਪਨੀਆਂ ਉੱਥੋਂ ਮੂਵ ਹੋ ਗਈਆਂ। ਬਟ ਦੈਨ ਅਗੇਨ ਚਾਈਨਾ ਦੇ ਵਿੱਚ ਇੰਡਸਟਰੀ ਦੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਆ, ਆਲ ਓਵਰ ਦ ਵਰਲਡ ਤੁਹਾਨੂੰ ਪਤਾ ਹਰ ਇੱਕ ਚੀਜ਼ ਚੁੱਕ ਲਓ, 100 ਦੇ ਵਿੱਚੋਂ 90 ਚੀਜ਼ਾਂ ਜਿਹੜੀਆਂ ਉਹ ਮੇਡ ਇਨ ਚਾਈਨਾ ਹੀ ਹੁੰਦੀਆਂ ਮੋਸਟਲੀ ਬਣੀਆਂ। ਸੋ ਦਿਸ ਇਜ਼ ਵਾਈ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਪਾਵਰ ਪ੍ਰੋਡਿਊਸ ਕਰਨ ਦਾ, ਪਰ ਉਹ ਉਹਨੂੰ ਕੰਪੀਟ ਨਹੀਂ ਕਰ ਪਾ ਰਹੇ, ਉਹਨੂੰ ਮੈਚ ਨਹੀਂ ਕਰ ਪਾ ਰਹੇ। ਸੋ ਉਹਦੇ ਕਰਕੇ ਉਹ ਸਟਰਗਲ ਕਰ ਰਹੇ ਆ, ਤੇ ਹੁਣ ਇਸ ਨਿਊਜ਼ ਦਾ ਅਸਰ ਮਾਰਕੀਟ ਦੇ ਉੱਤੇ ਹੋਣਾ ਹੀ ਹੋਣਾ ਆ। ਸਿੰਪਲ ਬਿਕੋਜ਼ ਜੇ ਪਾਵਰ ਘੱਟ ਆ ਤਾਂ ਜਿਹੜੇ ਫੈਕਟਰੀਜ਼ ਆ ਉਹਨਾਂ ਨੂੰ ਕਲੋਜ਼ ਹੋਣਾ ਪੈਣਾ ਟਾਈਮ ਦੇ ਨਾਲ। ਉਹ ਓਵਰ ਵਰਕ ਨਹੀਂ ਕਰ ਸਕਦੇ, ਓਵਰ ਟਾਈਮ ਨਹੀਂ ਲਾ ਸਕਦੇ, ਉਹਨਾਂ ਦੀ ਪ੍ਰੋਡਕਸ਼ਨ ਕੰਟਰੋਲ ਕਰਨੀ ਪੈਣੀ ਆ ਫੈਕਟਰੀਆਂ ਨੂੰ। ਸੋ ਜੇ ਪ੍ਰੋਡਕਸ਼ਨ ਕੰਟਰੋਲ ਹੋ ਗਈ, ਲੋਕਾਂ ਨੂੰ ਓਵਰ ਟਾਈਮ ਨਹੀਂ ਮਿਲਣਾ, ਲੋਕਾਂ ਦੀਆਂ ਵੇਜਸ ਘੱਟ ਜਾਣੀਆਂ ਆ। ਤੇ ਸਿੰਪਲ ਥਿੰਗ ਜਿਹੜੇ ਹੋਰ ਜਿੱਦਾਂ ਹੁਣ ਇਲੈਕਟ੍ਰਿਸਿਟੀ ਯੂਜ਼ ਕਰਦੇ ਜਾਂ ਹੋਰ ਬਿਲਸ ਜਿਹੜੇ ਯੂਜ਼ ਕਰਦੇ ਆ, ਉਹ ਵੀ ਬਿਲਸ ਵੀ ਘੱਟ ਹੋ ਜਾਣੇ ਆ ਵੱਡੀਆਂ ਫੈਕਟਰੀਆਂ ਦੇ ਉੱਤੋਂ। ਸੋ ਹਰ ਇੱਕ ਚੀਜ਼ ਦੀ ਇਨਕਮ ਘੱਟ ਜਾਣੀ ਆ। ਨੋਟ ਜਸਟ ਫੈਕਟਰੀਆਂ, ਬਟ ਜਿੱਥੇ ਉਹ ਫੈਕਟਰੀਆਂ ਬਿੱਲ ਪੇ ਕਰਦੀਆਂ ਉਹਨਾਂ ਕੰਪਨੀਆਂ ਰॉ ਮਟੀਰੀਅਲ ਘੱਟ ਡਿਮਾਂਡ ਹੋ ਜਾਣੀ, ਬਿਕੋਜ਼ ਫੈਕਟਰੀਆਂ ਛੇਤੀ ਸ਼ਟ ਹੋਣ ਲੱਗ ਪਈਆਂ। ਸੋ ਬਹੁਤ ਸਾਰਾ ਇਹ ਸਾਰਾ ਕੁਝ ਲਿੰਕ ਹੁੰਦਾ ਹੈ ਇੱਕ ਦੂਜੇ ਦੇ ਨਾਲ। ਸੋ ਇਹਨੂੰ
ਅੰਡਰਸਟੈਂਡ ਕਰਨਾ ਪੈਂਦਾ ਹਰ ਇੱਕ ਚੀਜ਼ ਨੂੰ, ਇੱਕ ਸਰਕਲ ਬਣਾ ਕੇ ਅੰਡਰਸਟੈਂਡ ਕਰਨਾ ਪੈਂਦਾ ਕਿ ਜੇ ਮੈਂ ਘਰ ਦੇ ਵਿੱਚ ਬੈਠਾ ਹਾਂ ਤਾਂ ਮੈਂ ਇਲੈਕਟ੍ਰਿਸਿਟੀ ਯੂਜ਼ ਕਰਦਾ, ਮੀਨਸ ਉਹਦਾ ਫਾਇਦਾ ਇਲੈਕਟ੍ਰਿਕ ਕੰਪਨੀ ਨੂੰ ਜ਼ਿਆਦਾ। ਜੇ ਮੈਂ ਕੰਮ ਦੇ ਉੱਤੇ ਬੈਠਾ ਹਾਂ, ਮੈਂ ਪੈਸੇ ਵੀ ਕਮਾ ਰਿਹਾ ਹਾਂ, ਇਲੈਕਟ੍ਰਿਕ ਕੰਪਨੀ ਨੂੰ ਘਾਟਾ ਇਸ ਕਰਕੇ ਹੋ ਰਿਹਾ ਕਿ ਮੈਂ ਘਰ ਆਪਣੀ ਇਲੈਕਟ੍ਰਿਸਿਟੀ ਯੂਜ਼ ਨਹੀਂ ਕਰ ਰਿਹਾ, ਸੋ ਮੇਰੇ ਯੂਨਿਟਸ ਜਿਹੜੇ ਆ ਬਚਦੇ ਆ, ਮੇਰਾ ਖਰਚਾ ਵੀ ਬਚਦਾ ਤੇ ਇਲੈਕਟ੍ਰਿਸਿਟੀ ਕੰਪਨੀ ਦੀ ਇਨਕਮ ਘਟਦੀ ਆ। ਹੁਣ ਇਸ ਗੱਲ ਨੂੰ ਚਾਹੇ ਹਾਸੇ 'ਚ ਲੈ ਲਓ, ਚਾਹੇ ਮਜ਼ਾਕ 'ਚ ਲੈ ਲਓ, ਜਿੱਦਾਂ ਮਰਜ਼ੀ ਕਰ ਲਓ, ਪਰ ਇਹ ਇਸ ਰਿਐਲਿਟੀ ਐਕਚੁਅਲੀ ਅਸੀਂ ਹਰ ਇੱਕ ਚੀਜ਼ ਨੂੰ ਸਰਕਲ ਦੇ ਵਿੱਚ ਉਹਨੂੰ ਕਨੈਕਟ ਕਰਕੇ ਸੋਚਣਾ ਲੱਗ ਪਈਏ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਐਕਚੁਅਲੀ ਜਿਹੜੀ ਇਹ ਮਾਰਕੀਟ ਹੈ ਕੰਮ ਕਿੱਦਾਂ ਕਰਦੀ ਆ। ਇਹ ਕੋਈ ਏਡਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਕਿ ਜਿਹੜੇ ਲੋਕੀ ਆ ਉਹ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ ਜਾਂ ਐਡੀਆਂ ਐਡੀਆਂ ਗੱਲਾਂ ਮਾਰਦੇ ਫਿਰਦੇ ਆ ਕਿ ਮੈਂ ਇੰਨੇ ਮਿਲੀਅਨ ਕਮਾ ਲਿਆ, ਮੈਂ ਇੰਨੇ ਬਿਲੀਅਨ ਕਮਾ ਲਿਆ। ਇਟ ਟੇਕਸ ਇਟ ਹਾਰਡ ਵਰਕ, ਇਹ ਬਹੁਤ ਹਾਰਡ ਵਰਕ ਤੇ ਤੁਹਾਡੀ ਸਾਰਿਆਂ ਨੂੰ ਵੱਡੀ ਚੀਜ਼ ਆ ਸਟ੍ਰੈਟਜੀ। ਇੱਕ ਵਾਰੀ ਸਾਨੂੰ ਇਹ ਸਟ੍ਰੈਟਜੀ ਸਮਝ ਦੇ ਵਿੱਚ ਆ ਗਈ ਨਾ, ਇੱਕ ਵਾਰੀ ਸਾਨੂੰ ਇਹ ਸਮਝ ਦੇ ਵਿੱਚ ਆ ਗਿਆ ਕਿ ਮਾਰਕੀਟ ਦੇ ਵਿੱਚ ਕਿਹੜੇ ਟਾਈਮ ਦੇ ਉੱਤੇ ਜੰਪ ਕਰਨਾ ਤੇ ਕਿਹੜੇ ਟਾਈਮ ਤੇ ਨਿਕਲਣਾ ਹੈ, ਕਿੱਦਾਂ ਸਟਾਪ ਲਾਸਿਸ ਲਾਉਣੇ ਆ, ਕਿੱਦਾਂ ਆਪਣੇ ਟ੍ਰੇਡਸ ਨੂੰ ਸਿਕਿਉਰ ਕਰਨਾ ਹੈ ਕਿ ਮਾਰਕੀਟ ਦੇ ਵਿੱਚ ਡਿਪ ਆ ਜਾਵੇ ਤਾਂ ਉਹਨੂੰ ਕਿੱਦਾਂ। ਹੁਣ ਨੋਰਮਲੀ ਤੁਸੀਂ ਇਹ ਦੇਖਿਆ ਹੋਣਾ ਕਿ ਮੈਂ ਇੰਡੈਕਸਿਸ ਤੁਹਾਨੂੰ ਕਿਹਾ ਸੀਗਾ ਕਿ ਮੈਂ ਇਹ ਇੰਡੈਕਸਿਸ ਕ੍ਰਿਸਮਸ ਤੱਕ ਰਨ ਕਰਕੇ ਰੱਖਣੇ ਆ, ਬਟ ਇਹ ਨਹੀਂ ਹੋਏ ਬਿਕੋਜ਼ ਸਿੰਪਲ ਰੀਜ਼ਨ ਮਾਰਕੀਟ ਦੇ ਵਿੱਚ ਫੇਰ ਡਿਪ ਆ ਗਈ, ਸੋ ਇੰਡੈਕਸਿਸ ਸਾਰੇ ਥੱਲੇ ਡਿੱਗ ਪਏ। ਤੇ ਦ ਸਿੰਪਲ ਰੀਜ਼ਨ ਇਜ਼ ਇਹ ਹੁਣ ਮੈਨੂੰ ਜਿੰਨਾ ਵੀ ਪ੍ਰੋਫਿਟ ਦੇ ਕੇ ਗਏ ਆ ਥੱਲੇ ਚਲ ਗਏ ਆ ਦੁਬਾਰਾ ਫੇਰ ਉਸੇ ਲੈਵਲ ਦੇ ਉੱਤੇ ਮੈਂ ਫੇਰ ਬਾਏ ਕਰ ਲਿਆ। ਸੋ ਇਹਦੇ ਵਿੱਚ ਕੁਝ ਵੀ ਲੌਂਗ ਟਰਮ ਜਾਂ ਸ਼ਾਰਟ ਟਰਮ, ਇਹ ਸਿਰਫ ਸਟ੍ਰੈਟਜੀ ਹੁੰਦੀ ਸਾਡੀ। ਹਰ ਇੱਕ ਚੀਜ਼ ਅਸੀਂ ਲੌਂਗ ਟਰਮ ਦੇਖ ਕੇ ਹੀ ਲਈਦੀ ਆ, ਪਰ ਜੇ ਤੁਹਾਨੂੰ ਲੱਗਦਾ ਕਿ ਮਾਰਕੀਟ ਜਿਹੜੀ ਆ ਉਹ ਸਾਨੂੰ ਨਹੀਂ ਸਪੋਰਟ ਕਰਦੀ ਲੌਂਗ ਟਰਮ ਟ੍ਰੇਡ ਦੇ ਵਿੱਚ, ਅਸੀਂ ਆਪਣੇ ਪ੍ਰੋਫਿਟ ਨੂੰ ਸਿਕਿਉਰ ਕਰਕੇ ਜ਼ਰੂਰ ਰੱਖਣਾ ਹੈ। ਇਸੇ ਕਰਕੇ ਜਦੋਂ ਮੈਂ ਕੋਈ ਸ਼ੇਅਰ ਵੀ ਰਿਕਮੈਂਡ ਕਰਦਾ ਹਾਂ, ਜਿੱਦਾਂ ਹੁਣ ਐਪਲ ਹੋ ਗਿਆ, ਲੂਸਿਡ ਹੋ ਗਿਆ, ਜਾਂ ਹੋਰ ਵੀ ਕਾਫੀ ਸ਼ੇਅਰ ਰਿਕਮੈਂਡ ਕੀਤੇ ਆ, ਬਹੁਤ ਸਾਰੇ ਲੋਕੀ ਥੋੜੇ ਦਿਨਾਂ ਬਾਅਦ ਇਹ ਕਹਿਣ ਲੱਗ ਪੈਂਦੇ ਕਿ ਭਾਜੀ ਉਹ ਇਹ ਤਾਂ ਡਾਊਨ ਜਾਣ ਲੱਗ ਪਏ। ਦੈਨ ਆਈ ਹੈਵ ਟੂ ਆਸਕ them a question ਕਿ ਤੁਸੀਂ ਉਦੋਂ ਨਹੀਂ ਦੇਖਿਆ ਜਦੋਂ ਉੱਪਰ ਜਾਂਦੇ ਸੀ, ਵਾਈ ਡਿਡ ਨਾਟ ਯੂ ਟੇਕ ਅ ਪ੍ਰੋਫਿਟ। ਹਮੇਸ਼ਾ ਜਦੋਂ ਤੁਸੀਂ ਕੋਈ ਵੀ ਬਾਏ ਕਰਦੇ ਆ ਸਟਾਕ, ਜੇ ਉਹਦੇ ਚ ਪ੍ਰੋਫਿਟ ਆਉਂਦਾ ਆ ਉਹਨੂੰ ਸਿਕਿਉਰ ਜ਼ਰੂਰ ਰੱਖੋ, ਉਹਨੂੰ ਸਿਕਿਉਰ ਜ਼ਰੂਰ ਕਰੋ ਤਾਂ ਕਿ ਜੋ ਇਦਾਂ ਦੀਆਂ ਡਿਪਸ ਆਉਂਦੀਆਂ ਮਾਰਕੀਟ ਦੇ ਵਿੱਚ ਉਹ ਤੁਹਾਨੂੰ ਪ੍ਰੋਫਿਟ ਦੇ ਕੇ ਟ੍ਰੇਡ ਬੰਦ ਹੋਣ। ਤੇ ਜਦੋਂ ਇਹ ਟ੍ਰੇਡ ਤੁਹਾਨੂੰ ਪ੍ਰੋਫਿਟ ਦੇ ਕੇ ਬੰਦ ਹੁੰਦੇ ਆ, ਤੁਹਾਡੇ 'ਚ ਹੋਰ ਕੈਪੈਸਿਟੀ ਹੁੰਦੀ ਆ ਕਿ ਜਦੋਂ ਇਹਦੇ 'ਚ ਡਿਪ ਆ ਗਏ ਸਟਾਕ ਦੇ ਵਿੱਚ, ਅਸੀਂ ਥੱਲੇ ਜਾ ਕੇ ਹੋਰ ਉਹ ਸੇਮ ਸਟਾਕ ਡਬਲ ਕੁਆਂਟੀਟੀ ਦੇ ਵਿੱਚ ਹੁਣ ਬਾਏ ਕਰ ਸਕਦੇ ਆ। ਤੇ ਜਿਹੜੇ ਇਦਾਂ ਦੇ ਰਿਸਕ ਹੁੰਦੇ ਆ ਉਹਨਾਂ ਸਟਾਕਸ ਦੇ ਵਿੱਚ ਹੀ ਲਈਦੇ ਹੁੰਦੇ ਆ ਜਿਹੜੀਆਂ ਸਾਨੂੰ ਲੱਗਦਾ ਕਿ ਸਿਕਿਉਰ ਇਨਵੈਸਟਮੈਂਟਸ ਆ, ਸਟੱਡੀ ਇਨਵੈਸਟਮੈਂਟਸ ਆ, ਕੰਪਨੀਆਂ ਆ ਜਿਹੜੀਆਂ ਟੂ ਬਿਗ ਟੂ ਫੇਲ, ਜਿਨ੍ਹਾਂ ਦੇ ਪ੍ਰੋਡਕਟਸ ਅਸੀਂ ਐਵਰੀਡੇ ਯੂਜ਼ ਕਰਦੇ ਆ। ਜਿਹੜੀਆਂ ਛੋਟੀਆਂ-ਮੋਟੀਆਂ ਕੰਪਨੀਆਂ ਆ, ਜਿਹੜੀਆਂ ਕੰਪਨੀਆਂ ਇਦਾਂ ਹੈ ਕਿ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ, ਉਹਨਾਂ ਦੇ ਵਿੱਚ ਇਦਾਂ ਦੇ ਟ੍ਰੇਡ ਰਿਸਕ ਨਹੀਂ ਲਈਦੇ ਹੁੰਦੇ। ਉਹਨਾਂ ਦੇ ਵਿੱਚ ਸਿਰਫ ਟੈਂਪਰੇਰੀ ਰਿਸਕ ਹੁੰਦਾ ਆ ਕਿ ਛੋਟੀ ਇਨਵੈਸਟਮੈਂਟ ਕਰੋ, ਛੋਟਾ ਪ੍ਰੋਫਿਟ ਬਣਾਓ ਤੇ ਨਿਕਲ ਜਾਓ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕ ਕੰਪਨੀ ਦੇ ਸ਼ੇਅਰ ਕਰ ਲਿਆ ਬਾਏ ਤੇ 10 ਸਾਲ ਦਾ ਪ੍ਰੋਜੈਕਟ ਲਾ ਕੇ ਬਾਏ ਕੀਤੇ ਤਾਂ ਤੁਸੀਂ 10 ਸਾਲ ਹੋਲਡ ਹੀ ਰੱਖਣੇ। ਨਹੀਂ, ਜੇ ਮਾਰਕੀਟ ਦੇ ਵਿੱਚ ਬੇਰਿਸ਼ ਆਉਂਦਾ, ਜੇ ਕੰਪਨੀ ਦੇ ਵਿੱਚ ਨੈਗੇਟਿਵ ਨਿਊਜ਼ ਆਉਂਦੀ ਆ, ਉਹ ਆਪਣਾ ਜਿਹੜਾ ਪ੍ਰੋਫਿਟ ਹੈ ਉਹਨੂੰ ਪ੍ਰੋਟੈਕਟ ਕਰਕੇ ਉਹਨੂੰ ਬਾਹਰ ਨਿਕਲ ਜਾਓ ਉਸ ਕੰਪਨੀ ਦੇ ਸ਼ੇਅਰਾਂ ਦੇ ਵਿੱਚੋਂ, ਤੇ ਉਹਨੂੰ ਬਾਏ ਬੈਕ ਅਗੇਨ ਜਦੋਂ ਲੱਗਦਾ ਕਿ ਕੰਪਨੀ ਹੁਣ ਸਟੇਬਲ ਹੋ ਗਈ ਹੈ, ਬਾਏ ਦੈਮ ਬੈਕ। ਇਸ ਕਰਕੇ ਤੁਹਾਡਾ ਜਿਹੜਾ ਪੋਰਟਫੋਲੀਓ ਆ ਬਹੁਤ ਵੱਡਾ ਨਹੀਂ ਹੋਣਾ ਚਾਹੀਦਾ, ਡਿਵਰਸਿਫਿਕੇਸ਼ਨ ਹੋਣੀ ਚਾਹੀਦੀ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਕੰਪਨੀਆਂ ਦਾ ਤੁਹਾਨੂੰ ਤੁਸੀਂ ਸਟਾਕ ਬਾਏ ਕੀਤਾ ਆ ਉਹਨਾਂ ਦੀ ਕੰਡੀਸ਼ਨਸ ਕੀ ਆ, ਜਿਹੜੇ ਇੰਡੈਕਸਿਸ ਤੁਸੀਂ ਬਾਏ ਕੀਤੇ ਆ ਉਹਨਾਂ ਕੰਟਰੀਆਂ ਦੇ ਵਿੱਚ ਕੀ ਚੱਲ ਰਿਹਾ ਇਕਨੋਮਿਕਲੀ, ਉਹ ਕੰਟਰੀਆਂ ਕਿੱਦਾਂ ਪ੍ਰੋਗਰੈਸ ਕਰ ਰਹੀਆਂ, ਉਹਨਾਂ ਕੰਟਰੀਜ਼ ਦੀ ਆਉਣ ਵਾਲੀ ਸਟ੍ਰੈਟਜੀ ਕੀ ਆ। ਈਵਨ ਹੁਣ ਜਰਮਨੀ ਦੇ ਵਿੱਚ ਦੇਖ ਲਓ, ਜਰਮਨੀ ਦੇ ਵਿੱਚ ਐਂਜਲਾ ਕੀ ਉਹ ਮਰਕਲ ਕੀ ਉਹ ਜਿਹੜੀ ਉਹਨਾਂ ਦੀ ਪ੍ਰਾਈਮ ਮਿਨਿਸਟਰ ਸੀਗੀ, ਪ੍ਰੈਜ਼ੀਡੈਂਟ ਸੀਗੀ, ਜੋ ਵੀ ਸੀਗੀ, ਤੇ ਉਹ ਹੁਣ ਓਬਵੀਅਸਲੀ ਉਹਦੀ ਪਾਰਟੀ ਨੂੰ 16 ਸਾਲਾਂ ਬਾਅਦ ਜਿਹੜੀ ਹੁਣ VOTING ਹੋਈ ਆ, ਸਿਰਫ ਉਹਦੇ ਅਗੇਂਸਟ 75% ਵੋਟਾਂ ਨੇ 75% ਲੋਕਾਂ ਨੇ ਉਸ ਪਾਰਟੀ ਨੂੰ ਵੋਟ ਨਹੀਂ ਪਾਏ ਪੂਰੀ ਜਰਮਨੀ ਦੇ ਵਿੱਚੋਂ। ਸੋ ਜਿਹੜੀ ਉਹ ਜਨਾਨੀ ਨੇ ਇੰਨਾ ਰੂਲ ਕੀਤਾ ਉਸ ਕੰਟਰੀ ਦੇ ਵਿੱਚ, ਐਸ ਸੂਨ ਐਸ ਸ਼ੀ ਲੈਫਟ ਉਹਨੇ ਕਿਹਾ ਕਿ ਮੈਂ ਹੁਣ ਪ੍ਰਾਈਮ ਮਿਨਿਸਟਰ ਹੀ ਬਣਨਾ, ਲੋਕਾਂ ਦਾ ਉਹ ਕਿਸੇ ਹੋਰ ਉਸ ਪਾਰਟੀ ਦੇ ਵਿੱਚ ਟਰਸਟ ਹੀ ਨਹੀਂ ਰਿਹਾ। ਸੋ ਦਿਸ ਇਜ਼ ਹਾਊ ਪੋਲਿਟਿਕਸ ਚੇਂਜ ਹੋਣ ਦੇ ਨਾਲ ਕੰਟਰੀ ਦੀ ਇਕਨੋਮਿਕ ਪਾਲਿਸੀਜ਼ ਵੀ ਚੇਂਜ ਹੁੰਦੀਆਂ ਆ। ਹੁਣ ਜਿਹੜੀ ਵੀ ਕੰਟਰੀ ਆਊਗੀ, ਚਾਹੇ ਰਾਈਟ ਵਿੰਗ ਹੋਵੇ, ਜਿਹੜੀ ਵੀ ਪਾਰਟੀ ਆਊਗੀ ਗਵਰਨਮੈਂਟ ਦੇ ਵਿੱਚ, ਚਾਹੇ ਰਾਈਟ ਵਿੰਗ ਹੋਵੇ, ਲੈਫਟ ਵਿੰਗ ਹੋਵੇ, ਉਹਨਾਂ ਨੇ ਆਪਣੇ ਹਿਸਾਬ ਨਾਲ ਸਟ੍ਰੈਟਜੀ ਚੇਂਜ ਕਰਨੀਆਂ, ਆਪਣੇ ਹਿਸਾਬ ਨਾਲ ਉਹਨਾਂ ਨੇ ਫਰੈਂਡ ਬਣਨਾ ਕੰਟਰੀਆਂ ਨਾਲ, ਆਪਣੇ ਹਿਸਾਬ ਨਾਲ ਉਹਨਾਂ ਨੇ ਅਨਫਰੈਂਡ ਹੋਣਾ ਕੰਟਰੀਆਂ ਦੇ ਨਾਲ। ਉਹਨਾਂ ਨੇ ਚਾਈਨਾ ਨੂੰ ਸਪੋਰਟ ਕਰਨਾ, ਅਮਰੀਕਾ ਦੇ ਖਿਲਾਫ ਚੱਲ ਜਾਣਾ, ਅਮਰੀਕਾ ਨੂੰ ਸਪੋਰਟ ਕਰਨਾ, ਚਾਈਨਾ ਦੇ ਖਿਲਾਫ ਚੱਲ ਜਾਣਾ। ਸੋ ਦਿਸ ਇਜ਼ ਹਾਊ ਵਰਲਡ ਇਕਨੋਮੀ ਵਰਕ, ਇਟ ਰੋਟੇਟਸ every few decades world's economies rotate। ਰੋਟੇਸ਼ਨ ਇਦਾਂ ਹੁੰਦੀ ਹੈ ਕਿ ਜਿਹੜੀਆਂ ਰਿਚ ਕੰਟਰੀਆਂ ਆ ਉਹ ਪੂਰ ਬਣ ਲੱਗ ਪੈਂਦੀਆਂ ਤੇ ਜਿਹੜੀਆਂ ਪੂਰ ਕੰਟਰੀਆਂ ਆ ਉਹ ਰਿਚ ਬਣਦੀਆਂ। ਇਟਸ ਕਾਲਡ ਵੈਲਥ ਰੋਟੇਸ਼ਨ। ਇਹ ਬਹੁਤ ਕਾਮਨ ਆ, ਤੁਸੀਂ ਬਹੁਤ ਪੁਰਾਣੇ ਟਾਈਮਾਂ ਤੇ ਕਹਾਣੀਆਂ ਸੁਣੀਆਂ ਹੋਣੀਆਂ ਕਿ ਕੋਈ ਟਾਈਮ ਹੁੰਦਾ ਸੀ ਇੰਡੀਆ ਸੋਨੇ ਦੀ ਚਿੜੀ ਨੂੰ ਸਾਦੇ ਹੁੰਦੇ ਸੀ, ਪਰ ਹੁਣ ਕਿੱਥੇ ਆ ਇੰਡੀਆ? ਵਨ ਆਫ ਦਾ ਮੋਸਟ ਪੂਰੈਸਟ ਕੰਟਰੀਜ਼। ਭਾਵੇਂ ਉੱਥੇ ਦੇ ਲੋਕੀ ਬਹੁਤ ਜ਼ਿਆਦਾ ਅਮੀਰ ਨੇ, ਬਹੁਤ ਸਾਰੇ ਜਾਂ ਪਰਸੈਂਟੇਜ ਦੇ ਹਿਸਾਬ ਨਾਲ ਲੋਕੀ ਅਮੀਰ ਨੇ, ਬਟ ਜੇ ਉਹਨਾਂ ਦਾ ਇੰਡੀਆ ਦਾ ਡੈਪਥ ਦੇਖਿਆ ਜਾਵੇ, ਓਵਰਆਲ ਇਕਨੋਮੀ ਦੇਖੀ ਜਾਵੇ, ਜਾਂ ਓਵਰਆਲ ਉਹਨਾਂ ਦੇ ਇੰਡੈਕਸਿਸ ਦੇਖੇ ਜਾਣ, ਦੇ ਨਾਟ ਐਜ਼ ਕੰਪੇਅਰਡ ਟੂ ਕੰਪੀਟਿੰਗ ਅਗੇਂਸਟ ਦ ਵਰਲਡਸ ਮੋਸਟ ਡਿਵੈਲਪਡ ਕੰਟਰੀਜ਼। ਪਰ
then that's not something to last long। ਉਹ ਬਹੁਤ ਚਿਰ ਨਹੀਂ ਲਾਸਟ ਕਰਨਾ ਇਦਾਂ। ਜਦੋਂ ਕੋਈ ਸਹੀ ਪ੍ਰਾਈਮ ਮਿਨਿਸਟਰ ਇੰਡੀਆ ਨੂੰ ਮਿਲ ਗਿਆ, ਜਦੋਂ ਕੋਈ ਸਹੀ ਫਾਈਨੈਂਸ ਮਿਨਿਸਟਰ ਇੰਡੀਆ ਨੂੰ ਮਿਲ ਗਿਆ, ਸਹੀ ਗਵਰਨਮੈਂਟ ਇੰਡੀਆ ਨੂੰ ਮਿਲ ਗਈ, ਦੇ ਵਿਲ ਕਮ ਅਪ ਵਿਦ ਦ ਪਾਲਿਸੀਜ਼। ਪੜ੍ਹੇ ਲਿਖੇ ਲੋਕੀ ਜਿਹੜੇ ਹੁੰਦੇ ਆ, ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਹੁੰਦੀ ਆ, ਸੁਲਝੇ ਹੋਏ ਹੁੰਦੇ ਆ। ਜ਼ਰੂਰੀ ਨਹੀਂ ਕਿ ਪੜ੍ਹਿਆ ਹੋਇਆ ਹੀ ਬੰਦਾ ਸੁਲਝਿਆ ਹੁੰਦਾ ਆ, ਅਨਪੜ੍ਹ ਬੰਦੇ ਵੀ ਸੁਲਝੇ ਹੋਏ ਹੁੰਦੇ ਆ। ਤੇ ਇਸ ਉੱਦਾਂ ਦੇ ਬੰਦਿਆਂ ਨੂੰ ਗਵਰਨੈਂਸ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੁੰਦਾ। ਜਦੋਂ ਇਹ ਲੋਕੀ ਗਵਰਨੈਂਸ ਦੇ ਵਿੱਚ ਆਉਂਦੇ ਆ, ਉਹ ਆਪਣੇ ਸੁਲਝੇ ਹੋਏ ਦਿਮਾਗ ਦੇ ਨਾਲ ਸਹੀ ਸਟ੍ਰੈਟਜੀਜ਼ ਬਣਾਉਂਦੇ ਆ, ਸਹੀ ਗਾਈਡੈਂਸ ਦਿੰਦੇ ਆ ਲੋਕਾਂ ਨੂੰ, ਸਹੀ ਪਾਲਿਸੀਜ਼ ਬਣਦੀਆਂ ਆ, ਇੰਡਸਟਰੀਜ਼ ਗਰੋ ਹੁੰਦੀਆਂ, ਬਿਜ਼ਨਸਿਸ ਗਰੋ ਹੁੰਦੇ ਆ, ਟੈਕਸਿਸ ਆਪਣੇ ਆਪ ਲੋਕੀ ਪੇ ਕਰਦੇ ਆ ਜਦੋਂ ਤੁਸੀਂ ਓਨੈਸਟ ਗਵਰਨੈਂਸ ਦਿੰਦੇ ਆ। ਸੋ ਦਿੱਲੀ ਦੇ ਵਿੱਚ ਦੇਖ ਲਓ, ਇੰਡੀਆ ਦੇ ਵਿੱਚ, ਇਹ ਦਿੱਲੀ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਓਨੈਸਟ ਗਵਰਨੈਂਸ ਦਿੱਤੀ ਆ ਕਿ ਅਰਵਿੰਦ ਕੇਜਰੀਵਾਲ ਨੇ। ਤੇ ਉੱਥੇ ਲੋਕੀ ਆਟੋਮੈਟਿਕਲੀ ਆਪਣੇ ਆਪ ਇਨਕਮ ਟੈਕਸ ਪੇ ਕਰ ਰਹੇ ਨੇ, ਤੇ ਉਹਨਾਂ ਦੀ ਇਨਕਮ ਟੈਕਸ ਕਰੈਕਸ਼ਨ ਰੇਟ ਸਾਰੇ ਇੰਡੀਆ ਦੇ ਵਿੱਚੋਂ ਜ਼ਿਆਦਾ ਆ। ਸਿੰਪਲ ਰੀਜ਼ਨ, ਬਿਕੋਜ਼ ਜਦੋਂ ਤੁਸੀਂ ਲੋਕਾਂ ਦਾ ਹੀ ਲੁੱਕ ਆਫਟਰ ਕਰਦੇ ਤੇ ਲੋਕੀ ਵੀ ਤੁਹਾਨੂੰ ਪਿਆਰ ਕਰਦੇ, ਮੁੜ ਕੇ ਲੋਕੀ ਵੀ ਉਸ ਗਵਰਨਮੈਂਟ ਨੂੰ ਪਿਆਰ ਦਿੰਦੇ ਆ। ਦਿਸ ਇਜ਼ ਦਾ ਸਿੰਪਲ ਫੰਡਾਮੈਂਟਲ। ਤੁਸੀਂ ਲੋਕਾਂ ਨੂੰ ਵਧੀਆ ਸਕੂਲ ਦਿਓ, ਵਧੀਆ ਹਸਪੀਟਲ ਦਿਓ, ਵਧੀਆ ਸੜਕਾਂ ਦਿਓ, ਵਧੀਆ ਫੈਸਿਲਿਟੀਆਂ ਦਿਓ। ਵਾਈ ਨਾਟ ਪੀਪਲ ਵਿਲ ਪੇ ਦੇਅਰ ਟੈਕਸਿਸ, ਦੇ ਵਿਲ ਪੇ ਦੇਅਰ ਫੇਅਰ ਸ਼ੇਅਰ ਜਦੋਂ ਉਹਨਾਂ ਨੂੰ ਉਸ ਚੀਜ਼ ਦਾ ਮੁੱਲ ਮਿਲਦਾ ਆ। ਸੋ ਹਰ ਇੱਕ ਛੋਟੀ ਛੋਟੀ ਜਿਹੀ ਵੀ ਇਹ ਜਿਹੜੀ ਚੀਜ਼ ਆਪਾਂ ਅੱਜ ਕੱਲ੍ਹ ਕੀਤੀ ਆ, ਇਟ ਕਾਊਂਟਸ ਟੂਵਰਡਸ ਦ ਇਕੋਨਮੀ, ਕਾਊਂਟ ਟੂਵਰਡਸ ਦ ਮਾਰਕੀਟ, ਕਾਊਂਟ ਟੂਵਰਡਸ ਸਾਡੀ ਡੇਲੀ ਸਟ੍ਰੈਟਜੀ ਮਾਰਕੀਟ ਦੇ ਵਿੱਚ, ਤੁਹਾਡੇ ਪ੍ਰੋਫਿਟ ਲਾਸਿਸ, ਹਰ ਇੱਕ ਚੀਜ਼ ਇਹ ਕਾਊਂਟ ਹੁੰਦੀ ਹੈ ਤੇ ਇਹ ਇੱਕ ਦੂਜੇ ਨਾਲ ਲਿੰਕ ਹੁੰਦੀ ਆ। ਸੋ ਮੇਕ ਸ਼ੋਰ ਥੋੜਾ ਜਿਹਾ ਆਪਣੇ ਆਪ ਨੂੰ ਓਪਨ ਮਾਈਂਡਡ ਰੱਖਿਆ ਕਰੋ ਮਾਰਕੀਟ ਦੇ ਵਿੱਚ। ਕਦੀ ਵੀ ਨੈਰੋ ਮਾਈਂਡਲੀ ਨਹੀਂ ਹੋ ਕੇ ਸੋਚੀਦਾ ਕਿ ਮੈਂ ਜੋ ਸੋਚਦਾ ਉਹੀ ਸਹੀ ਹੈ। ਨਾਓ ਸਮਟਾਈਮ ਦੇਰ ਆਰ ਅਦਰ ਪੀਪਲ ਯੂ ਕੈਨ ਲਰਨ ਇਟ ਫਰੋਮ them as well, there are other people you can follow them as well। ਸੋ ਹਰ ਇੱਕ ਕਹਿੰਦੇ ਹੁੰਦੇ ਆ, ਚੰਗੀ ਚੀਜ਼ ਤਾਂ ਦੁਸ਼ਮਣ ਤੋਂ ਵੀ ਲਰਨ ਕਰ ਲਈਦੀ ਆ, ਤੇ ਮਾੜੀ ਚੀਜ਼ ਆਪਣੇ ਗੁਰੂ ਦੀ ਵੀ ਭੁੱਲ ਜਾਈਦੀ ਆ। ਸੋ ਦਿਸ ਇਜ਼ ਹਾਊ ਯੂ ਹੈਵ ਟੂ ਰਿਐਕਟ, ਅਪਰੋਚ ਟੂ ਦ ਮਾਰਕੀਟ। ਓਕੇ, ਥੈਂਕ ਯੂ ਗਾਇਜ਼। ਆਈ ਹੋਪ ਮੇਰੀਆਂ ਇਹ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ। ਇਫ ਐਨੀ ਕੁਐਸਚਨ, ਸਾਨੂੰ ਪਤਾ ਹੀ ਆ ਕਿੱਥੇ ਮੈਸੇਜ ਕਰਨਾ ਆ। ਥੈਂਕ ਯੂ, ਬਾਏ।